ਸਤਿ ਸ੍ਰੀ ਅਕਾਲ ਦੋਸਤੋ। BA ਸਮੈਸਟਰ 1 ਪੰਜਾਬੀ ਲਾਜ਼ਮੀ। ਆਓ ਪੜ੍ਹਦੇ ਹਾਂ ਕੁਝ ਲੇਖ ਰਚਨਾ ਦੀਆਂ ਉਦਾਹਰਨਾਂ। ਸਾਇੰਸ ਵਰਦਾਨ ਹੈ ਜਾਂ ਸ਼ਰਾਪ? ਸਾਇੰਸ ਕੀ ਹੈ? ਸਾਇੰਸ ਜਾਂ ਵਿਗਿਆਨ ਕੀ ਹੈ? ਸ਼ਬਦ ਵਰਦਾਨ ਅਤੇ ਸ਼ਰਾਪ ਦੇ ਅਰਥ ਮਨੁੱਖ ਮੁੱਢ ਤੋਂ ਹੀ ਨਵੇਂ ਤਜਰਬੇ ਕਰਦਾ ਆ ਰਿਹਾ ਹੈ। ਆਦਿ ਮਨੁੱਖ ਦੇ ਜੀਵਨ ਅਤੇ ਉਸ ਦੀਆਂ ਲੋੜਾਂ, ਪੱਥਰ ਦੇ ਹਥਿਆਰ ਬਣਾਉਣ, ਕੱਚਾ ਮਾਸ ਖਾਣਾ। ਸਾਇੰਸ ਦੀਆਂ ਕਾਢਾਂ, ਧਾਤਾਂ ਸੰਬੰਧੀ ਜਾਣਕਾਰੀ, ਕੋਇਲੇ, ਤੇਲ ਅਤੇ ਭਾਫ ਦੇ ਚਮਤਕਾਰ। ਬਿਜਲੀ ਦੀ ਕਰਾਮਾਤ, ਬਿਜਲੀ ਦੇ ਯੰਤਰ, ਹੀਟਰ, ਪੱਖਾ, ਰੇਡੀਓ, ਟੈਲੀਵਿਜ਼ਨ, ਤਾਰ, ਟੈਲੀਫੋਨ, ਵਾਇਰਲੈਸ, ਰੈਫ੍ਰਿਜਰੇਟਰ, ਟਰੈਕਟਰ, ਕਰੇਨਾਂ, ਐਕਸ-ਰੇ, ਫੋਟੋਗ੍ਰਾਫੀ, ਫੋਟੋ ਬਿਜਲੀ ਦੀ ਸਹਾਇਤਾ ਨਾਲ ਰੋਗਾਂ ਦਾ ਇਲਾਜ। ਨੈਕਸਟ, ਆਵਾਜਾਈ ਦੇ ਨਵੇਂ ਸਾਧਨ, ਨਵੇਂ ਯੰਤਰ, ਸਾਈਕਲ, ਸਕੂਟਰ, ਕਾਰਾਂ, ਬੱਸਾਂ, ਰੇਲ ਗੱਡੀਆਂ, ਹਵਾਈ ਜਹਾਜ਼, ਸਮੁੰਦਰੀ ਜਹਾਜ਼, ਸਾਲਾਂ ਦਾ ਸਫ਼ਰ ਘੰਟਾਂ ਵਿੱਚ। ਮਾਨਵ ਸਿਹਤ ਅਤੇ ਦਵਾਈ, ਨਵੇਂ-ਨਵੇਂ ਟੀਕੇ, ਛੂਤ ਵਾਲੀਆਂ ਬਿਮਾਰੀਆਂ ਦੀ ਰੋਕਥਾਮ, ਆਧੁਨਿਕ ਸਰਜਰੀ ਦੇ ਚਮਤਕਾਰ, ਪਸ਼ੂਆਂ ਦੇ ਅੰਗਾਂ ਨੂੰ ਮਨੁੱਖੀ ਸਰੀਰ ਵਿੱਚ ਫਿੱਟ ਕਰਨਾ, ਛਾਪੇਖਾਨੇ ਤੇ ਟਾਈਪ ਮਸ਼ੀਨਾਂ ਦੀ ਕਾਢ, ਅਖਬਾਰਾਂ, ਮਾਸਿਕ ਪੱਤਰਾਂ ਤੇ ਪੁਸਤਕਾਂ ਰਾਹੀਂ ਸਿੱਖਿਆ ਦਾ ਪਸਾਰ, ਕੰਪਿਊਟਰ ਦੀ ਕਾਢ। ਮਨ ਪਰਚਾਵੇ ਦੇ ਸਿਧਾਂਤ, ਮਨ ਪਰਚਾਵੇ ਦੇ ਸਾਧਨ ਲਿਖਣਾ ਸੀ, ਇੱਥੇ ਥੋੜੀ ਜਿਹੀ ਮਿਸਟੇਕ ਹੈ। ਸਿਨੇਮੇ ਦੀ ਕਾਢ, ਇਸ ਦਾ ਮਹੱਤਵ, ਐਟਮ ਸ਼ਕਤੀ ਦੀ ਵਰਤੋਂ, ਸਪੂਤਨਿਕ ਯੁੱਗ ਦਾ ਆਰੰਭ, ਚੰਨ ਦੀ ਯਾਤਰਾ। ਸਾਇੰਸ ਦੀਆਂ ਕਾਢਾਂ ਜਿੱਥੇ ਵਰਦਾਨ ਸਿੱਧ ਹੋਈਆਂ, ਉੱਥੇ ਨਾਲ ਹੀ ਸਰਾਪ। ਮਨੁੱਖ ਮੂਲ ਰੂਪ ਵਿੱਚ ਖੁਦਗਰਜ ਹੈ। ਹਥਿਆਰ, ਜਿੱਥੇ ਐਟਮ ਸ਼ਕਤੀ ਨਾਲ ਕਾਰਖਾਨੇ ਚੱਲ ਸਕਦੇ ਹਨ, ਉੱਥੇ ਉਸ ਐਟਮ ਸ਼ਕਤੀ ਨਾਲ ਬੰਬ ਬਣਾਏ ਗਏ। ਹਾਈਡਰੋਜਨ ਬੰਬ, ਮਾਰੂ ਤੋਪਾਂ, ਟੈਂਕ, ਅਗਨ ਸ਼ਾਸਤਰ ਤੇ ਹਥਿਆਰ। ਨਾਗਾਸਾਕੀ ਤੇ ਹੀਰੋਸ਼ੀਮਾ ਦਾ ਮਲੀਆਮੇਟ ਹੋ ਜਾਣਾ, ਹਰ ਪਾਸੇ ਤਬਾਹੀ ਹੀ ਤਬਾਹੀ। ਖਾੜੀ ਯੁੱਧ ਵਿੱਚ ਤਬਾਹੀ। ਹਾਈਡਰੋਜਨ ਬੰਬਾਂ ਤੇ ਪਰਮਾਣੂ ਤਜਰਬਿਆਂ ਨੇ ਮਹਾਸਾਗਰ ਤੇ ਟਾਪੂਆਂ ਵਿੱਚ ਲੱਖਾਂ ਮੱਛੀਆਂ ਤੇ ਜੀਵ ਜੰਤੂਆਂ ਨੂੰ ਖਤਮ ਕਰ ਦਿੱਤਾ। ਮੌਸਮ ਵਿੱਚ ਇੱਕਦਮ ਤਬਦੀਲੀਆਂ, ਵਿਸ਼ਵ ਸੰਸਾਰ ਸ਼ਾਂਤੀ ਨੂੰ ਖਤਰਾ। ਗੁਣ ਦੋਸ਼, ਸਾਇੰਸ ਦਾ ਕੋਈ ਦੋਸ਼ ਨਹੀਂ। ਹਰੇਕ ਚੀਜ਼ ਦੇ ਪੱਖ ਜਾਂ ਰੂਪ, ਮਾਨਵਵਾਦੀ ਦ੍ਰਿਸ਼ਟੀਕੋਣ ਦੀ ਲੋੜ, ਐਟਮ ਅਤੇ ਪਰਮਾਣੂ ਸ਼ਕਤੀ ਦੀ ਸੁਚੱਜੀ ਵਰਤੋਂ ਦੀ ਲੋੜ। ਨੈਕਸਟ ਟੌਪਿਕ ਹੈ ਲੇਖ ਦਾ, ਸਾਡੇ ਰਸਮੋ ਰਿਵਾਜ। ਸਾਡੇ ਰਸਮੋ ਰਿਵਾਜ, ਹਰੇਕ ਸਮਾਜ ਦੇ ਆਪਣੇ ਕਈ ਵਿਸ਼ੇਸ਼ ਨਿਯਮ ਜਾਂ ਰੀਤੀਆਂ ਹੁੰਦੀਆਂ ਹਨ। ਪ੍ਰਗਤੀਸ਼ੀਲ ਸਮਾਜ ਇਹਨਾਂ ਰੀਤੀਆਂ ਵਿੱਚ ਲੋੜੀਂਦਾ ਅਦਲਾ ਬਦਲੀ ਕਰ ਲੈਂਦਾ ਹੈ। ਇਸ ਪਰਿਵਰਤਨ ਲਈ ਵਿਦਿਆ ਦੀ ਲੋੜ ਹੈ। ਭਾਰਤ ਵਿੱਚ ਕਈ ਅਜਿਹੇ ਰੀਤੀ ਰਿਵਾਜ ਹਨ ਜਿਨ੍ਹਾਂ ਕਾਰਨ ਜੀਵਨ ਨਰਕ ਬਣਿਆ ਹੋਇਆ ਹੈ। ਪੁਰਾਣੀਆਂ ਰਸਮਾਂ ਵਿੱਚ ਨਪੀੜੇ ਜਾ ਰਹੇ ਹਾਂ। ਲਕੀਰ ਦੇ ਫਕੀਰ, ਆਏ ਦਿਨ ਨਵਾਂ ਕਲੇਸ਼ ਤੇ ਦੁੱਖ, ਜੀਵਨ ਦੁੱਖਾਂ ਦੀ ਖਾਨ ਜਾਪਦਾ ਹੈ। ਫਜ਼ੂਲ ਖਰਚੀ, ਜੀਵਨ ਮਰਨ ਸਮੇਂ, ਜਨਮ ਮਰਨ ਸਮੇਂ, ਮੌਤ ਅਤੇ ਮੰਗਣੀ ਤੇ ਵਿਆਹ ਸਮੇਂ, ਜਾਤਾਂ ਗੋਤਾਂ, ਬਰਾਦਰੀ ਧਰਮ ਦੇ ਚੱਕਰ, ਨੱਕ ਉੱਚਾ ਰੱਖਣ ਦੀ ਰੱਟ, ਵੱਡੀਆਂ ਵੱਡੀਆਂ ਜੰਝਾਂ, ਬੈਂਡ ਬਾਜੇ, ਸਿਹਰੇ, ਮੇਲੇ ਦੀਆਂ ਰਸਮਾਂ, ਪੈਸੇ ਬਟੋਰਨ ਦੀਆਂ ਯੋਜਨਾਵਾਂ। ਦਾਜ ਦੀ ਸਮੱਸਿਆ, ਆਤਮ ਹੱਤਿਆ ਦੀਆਂ ਘਟਨਾਵਾਂ, ਦਾਜ ਦੇ ਲਾਲਚ ਲਈ ਅਜੋੜ ਵਿਆਹ, ਬਾਲ ਵਿਆਹ, ਆਰਥਿਕ ਮਜਬੂਰੀਆਂ, ਪਹਿਲਾਂ ਸਤੀ ਦਾ ਰਿਵਾਜ, ਧਰਮ ਦੀਆਂ ਹਾਲਤ ਕੀਮਤਾਂ, ਲੜਕੀ ਵਾਲੇ ਨੀਵਾਂ ਸਮਝਣਾ, ਵਿਧਵਾ ਦਾ ਵਿਆਹ ਕਰਨ ਦੀ ਮਨਾਹੀ। ਇੱਕ ਬੁਰਾਈ ਦੂਜੀ ਬੁਰਾਈ ਨੂੰ ਜਨਮ ਦਿੰਦੀ ਹੈ। ਜਿੱਥੇ ਵਿਆਹ ਵਿੱਚ ਸ਼ਰਾਬ ਦੀ ਵਰਤੋਂ, ਝਗੜੇ, ਮੁਕੱਦਮੇਬਾਜ਼ੀ, ਵੱਡੀਆਂ ਖੂਨ ਖਰਾਬੇ। ਜਿਉਂਦਿਆਂ ਆਪਣੇ ਬਜ਼ੁਰਗਾਂ ਦੀ ਬਾਤ ਨਾ ਪੁੱਛਣੀ,
परंतु मगरों दान पुण्य ਜਾਂ श्राद्ध करने, रोना पिटना, बरसियां मनाउणियां, घुंड ਅਤੇ ਪਰਦੇ ਦਾ ਰਿਵਾਜ, ਆਦਰ ਤੇ ਸਤਿਕਾਰ ਦੀ ਨਿਸ਼ਾਨੀ, परंतु वास्तव ਦੇ ਵਿੱਚ ਇੱਕ ਬੁਰਾਈ। ਭਾਵਨਾ ਛੂਤ-ਛਾਤ ਭਾਰਤੀ ਸੰਵਿਧਾਨ ਵਿੱਚ ਇਸ ਦੀ ਮਨਾਹੀ ਹੈ, परंतु ਅਸਲ ਵਿੱਚ ਅਜੇ ਵੀ ਊਚ ਨੀਚ ਦੀ ਭਾਵਨਾ ਬਹੁਤ ਸਾਰੇ ਲੋਕਾਂ ਵਿੱਚ ਹੈ। ਟੂਣੇ, ਜਾਦੂ, ਤਵੀਤਾਂ ਦਾ ਰਿਵਾਜ, ਕੁਝ ਪੜ੍ਹੀਆਂ ਲਿਖੀਆਂ ਇਸਤਰੀਆਂ ਨੂੰ ਛੱਡ ਕੇ ਬਾਕੀਆਂ ਨੂੰ ਅੱਜ ਵੀ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਹੈ। ਲੋਕ ਰਾਜ ਵਿੱਚ ਇਸਤਰੀ ਦੀ ਸਮਾਨਤਾ, ਪੰਚਾਇਤਾਂ, ਵਿਧਾਨ ਸਭਾ ਦੇ ਸੰਸਦ, ਪਾਰਲੀਮੈਂਟ ਵਿੱਚ ਇਸਤਰੀ ਦੀ ਨਾਮ ਮਾਤਰ ਗਿਣਤੀ। ਸਾਡੇ ਅਨੇਕਾਂ ਵਹਿਮਾਂ ਤੇ ਪਖੰਡਾਂ ਨੇ ਵੀ ਜੀਵਨ ਨਰਕ ਬਣਾ ਦਿੱਤਾ ਹੈ ਅਤੇ ਇਹ ਸਾਡੇ ਜੀਵਨ ਦੇ ਜ਼ਰੂਰੀ ਭਾਗ ਬਣ ਗਏ ਹਨ। ਸਫਰ ਪ੍ਰਾਪਤੀ ਤੇ ਆਤਮਾ ਦੀ ਸ਼ਾਂਤੀ ਲਈ ਪੁੱਤਰ ਦੀ ਲਾਲਸਾ ਵੱਧ ਰਹੀ ਆਬਾਦੀ, ਸਾਡੇ ਰਹਿਣ ਬਹਿਣ, ਖਾਣ ਪੀਣ ਅਤੇ ਪ੍ਰਾਹੁਣਚਾਰੀ ਦੇ ਢੰਗਾਂ ਅਤੇ ਰਿਵਾਜਾਂ ਦੇ ਵਿੱਚ ਦੇਸ਼ ਸਮੇਂ ਦੀ ਬੇਕਦਰੀ, ਸਫਾਈ ਦਾ ਅਭਾਵ, परंतु विद्या के पसार ਅਤੇ ਪੱਛਮੀ ਪ੍ਰਭਾਵ ਨਾਲ ਤਬਦੀਲੀ ਆ ਰਹੀ ਹੈ। ਹੁਣ ਬਾਰਿਸ਼ ਲਈ ਦੇਵੀ ਦੇਵਤਿਆਂ ਦੀ ਪ੍ਰਾਰਥਨਾ ਕਰਨ ਦੀ ਬਜਾਏ ਨਹਿਰਾਂ ਅਤੇ ਟਿਊਬਲਾਂ ਵੱਲ ਧਿਆਨ ਦਿੱਤਾ ਜਾਂਦਾ ਹੈ। ਹੁਣ ਮਾਤਾ ਦੀ ਉਪਾਸਨਾ ਕਰਨ ਦੀ ਥਾਂ ਚੇਚਕ ਦਾ ਟੀਕਾ ਲਵਾਇਆ ਜਾਂਦਾ ਹੈ। 5 ਸਾਲਾ ਯੋਜਨਾ ਵਿੱਚ ਆਰਥਿਕ ਉન્નਤੀ ਦੇ ਯਤਨਾਂ ਦੇ ਕਾਰਨ ਪਰੰਪਰਾ ਦੀ ਜਕੜ ਘਟਦੀ ਜਾ ਰਹੀ ਹੈ। ਵਿਗਿਆਨਿਕ ਦ੍ਰਿਸ਼ਟੀ ਅਪਣਾਉਣ ਅਤੇ ਪ੍ਰਚਾਰ ਕਰਨ ਦੀ ਲੋੜ ਹੈ। आओ एक लेख होर पढ़ते हैं। विद्यार्थी जीवन ते राजनीति ਜਾਂ विद्यार्थी ते राजनीति। विद्यार्थी ਦੀ ਰਾਜਨੀਤੀ ਇੱਕ ਬਹੁਤ ਹੀ ਅਹਿਮ ਮਸਲਾ ਹੈ। ਇਸ ਵਿਸ਼ੇ ਉੱਤੇ ਵਾਦ ਵਿਵਾਦ ਹੀ ਰਿਹਾ ਹੈ। ਇੱਕ ਧਿਰ ਇਹ ਆਖਦੀ ਹੈ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਅਤੇ ਦੂਸਰੀ ਧਿਰ ਆਖਦੀ ਹੈ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਹਰ ਰਾਜ ਕਰਨ ਵਾਲੀ ਧਿਰ ਆਖਦੀ ਹੈ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਹਰ ਰਾਜ ਕਰਨ ਵਾਲੀ ਧਿਰ ਦਾ ਇਹ ਵਿਚਾਰ ਹੁੰਦਾ ਹੈ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਤੋਂ ਪਰੇ ਰਹਿਣਾ ਚਾਹੀਦਾ ਹੈ। 1920 ਈਸਵੀ ਤੋਂ ਪਹਿਲਾਂ ਸਾਡੇ ਵਿਦਿਆਰਥੀ ਰਾਜਨੀਤਿਕ ਮਸਲਿਆਂ ਦੇ ਵਿੱਚ ਕੋਈ ਦਿਲਚਸਪੀ ਨਹੀਂ ਲੈਂਦੇ ਸਨ। ਉਸ ਸਾਲ ਮਹਾਤਮਾ ਗਾਂਧੀ ਨੇ ਨਾਮ ਮਿਲਵਰਤਨ ਲਹਿਰ ਚਲਾਈ ਤੇ ਬੜੇ ਜ਼ੋਰ ਨਾਲ ਇਸ ਦਾ ਪ੍ਰਚਾਰ ਕੀਤਾ ਕਿ ਜਦੋਂ ਤੱਕ ਆਜ਼ਾਦੀ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਵਿਦਿਆ ਆਦਿ ਸਭ ਕੰਮਾਂ ਨੂੰ ਪਿੱਛੇ ਪਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਰਾਜਨੀਤਿਕ ਕੰਮਾਂ ਵਿੱਚ ਸਰਗਰਮ ਹਿੱਸਾ ਲੈਣ ਦੀ ਪ੍ਰੇਰਨਾ ਕੀਤੀ ਗਈ ਅਤੇ ਵਿਦਿਆਰਥੀਆਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਨਿੱਘਰ ਕੰਮ ਕੀਤਾ। ਦੇਸ਼ ਦੀ ਆਜ਼ਾਦੀ ਉਪਰੰਤ ਇਹੋ ਕਾਂਗਰਸੀ ਆਗੂ ਇਹ ਕਹਿਣ ਲੱਗ ਪਏ ਕਿ ਹੁਣ ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ, ਕੇਵਲ ਆਪਣੇ ਵਿਦਿਅਕ ਕੰਮਾਂ ਦੇ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ। ਸਵਰਗਵਾਸੀ ਸਰਦਾਰ ਪਟੇਲ ਨੇ ਇੱਕ ਵਾਰੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਸੀ, ਆਜ਼ਾਦੀ ਦਾ ਸੰਗਰਾਮ ਜਿਸ ਨੂੰ ਸਾਨੂੰ ਤੁਹਾਡੀ ਲੋੜ ਸੀ, ਜਿੱਤਿਆ ਜਾ ਚੁੱਕਿਆ ਹੈ। ਹੁਣ ਤੁਹਾਨੂੰ ਆਪਣੀ ਵਿਦਿਆ ਸੰਪੂਰਨ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਜਦੋਂ ਹੁਕੂਮਤ ਦੀ ਵਾਂਗਡੋਰ ਤੁਹਾਡੇ ਆਪਣੇ ਆਦਮੀਆਂ ਦੇ ਹੱਥ ਵਿੱਚ ਹੈ ਤਾਂ ਤੁਹਾਨੂੰ ਰਾਜਨੀਤੀ ਬਾਬਤ ਚਿੰਤਾ ਕਰਨ ਦੀ ਲੋੜ ਨਹੀਂ। ਕਾਂਗਰਸੀ ਨੇਤਾ ਦੇ ਉਪਰੋਕਤ ਵਿਚਾਰ ਤੋਂ ਇੱਕ ਗੱਲ ਸਮਝ ਆਉਂਦੀ ਹੈ ਕਿ ਜਦੋਂ ਕੋਈ ਪਾਰਟੀ ਜਾਂ ਗਰੁੱਪ ਰਾਜ ਸੱਤਾ ਤੋਂ ਪਰੇ ਹੁੰਦਾ ਹੈ ਤਾਂ ਉਸ ਸਮੇਂ ਉਹ ਇਹ ਚਾਹੁੰਦਾ ਹੈ ਕਿ ਵਿਦਿਆਰਥੀ ਰਾਜਨੀਤੀ ਵਿੱਚ ਰਾਜ ਦੇ ਖਿਲਾਫ ਹਿੱਸਾ ਲੈਣ, ਪਰ ਜਿਉਂ ਹੀ ਉਹ ਰਾਜ ਸੱਤਾ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਚਾਹੁੰਦਾ ਹੈ ਕਿ ਵਿਦਿਆਰਥੀ ਰਾਜਨੀਤੀ ਦੇ ਵਿੱਚ ਹਿੱਸਾ ਨਾ ਲੈਣ। ਕਾਂਗਰਸੀ ਨੇਤਾਵਾਂ ਦੀ ਇਹ ਗੱਲ ਕੇਵਲ ਕਹਿਣ ਦੀ ਹੀ ਹੈ। ਵਾਸਤਵਿਕ ਰੂਪ ਵਿੱਚ ਭਾਰਤ ਵਿੱਚ ਵਿਦਿਆਰਥੀਆਂ ਵਿੱਚ ਹਰ ਇੱਕ ਰਾਜਨੀਤਿਕ ਪਾਰਟੀ ਦੀ ਆਪਣੀ ਸਾਖ ਹੈ ਤੇ ਸਾਰੀਆਂ ਪਾਰਟੀਆਂ ਵਿਦਿਆਰਥੀਆਂ ਨੂੰ ਰਾਜਨੀਤੀ ਕਰਨ ਦੇ ਲਈ ਪ੍ਰੇਰਦੀਆਂ ਹਨ। ਇਹ ਗੱਲ ਸਰਵ ਪ੍ਰਵਾਨਿਤ ਹੈ ਕਿ ਵਿਦਿਆਰਥੀ ਹੀ ਸਮੁੱਚੇ ਸੰਸਾਰ ਤੇ ਕਿਸੇ ਦੇਸ਼ ਦਾ ਭਵਿੱਖ ਹਨ। ਜਿਸ ਸਮਾਜ ਦੇ ਵਿਦਿਆਰਥੀ ਜਿੰਨੇ ਵਿਚਾਰਵਾਨ ਤੇ ਸੂਝਵਾਨ ਹੋਣਗੇ, ਉਨਾ ਹੀ ਉਹ ਸਮਾਜ ਵਿਕਾਸ ਕਰੇਗਾ। ਜਦੋਂ ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀ ਚੰਗੇ ਸਾਇੰਸਦਾਨ, ਸਾਹਿਤਕਾਰ ਤੇ ਵਿਦਵਾਨ ਬਣਨ, ਤਾਂ ਇਸ ਗੱਲ ਵਿੱਚ ਵੀ ਕੀ ਬੁਰਾਈ ਹੈ ਕਿ ਉਹ ਚੰਗੇ ਰਾਜਨੀਤੀਵਾਨ ਵੀ ਬਣਨ।
ਦੇਸ਼ ਤੇ ਸਮਾਜ ਨੂੰ ਬਾਕੀ ਗੱਲਾਂ ਵਾਂਗ ਰਾਜਨੀਤੀਵਾਨਾਂ ਦੀ ਵੀ ਬਹੁਤ ਲੋੜ ਹੈ। ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਪਰ 18-20 ਸਾਲ ਦੀ ਕੱਚੀ ਉਮਰ ਵਿੱਚ ਵਿਦਿਆਰਥੀ ਨੂੰ ਉਹ ਲੋੜੀਂਦਾ ਤਜਰਬਾ, ਉਹ ਗੰਭੀਰਤਾ, ਸਮਝ ਅਤੇ ਸਿਆਣਪ ਨਹੀਂ ਮਿਲੀ ਹੁੰਦੀ ਜੋ ਰਾਜਨੀਤੀ ਵਿੱਚ ਸਫਲਤਾਪੂਰਵਕ ਹਿੱਸਾ ਲੈਣ ਦੇ ਲਈ ਜ਼ਰੂਰੀ ਹੈ। ਅਜਿਹੇ ਵੇਲੇ ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਅਧਖੜੇ ਤੇ ਅਨਪੜ੍ਹ ਹੀ ਸਮਝਣਾ ਚਾਹੀਦਾ ਹੈ। ਉਹਨਾਂ ਦੀ ਕੱਚ ਘਰੜੇ ਰਾਜਨੀਤੀ ਨੂੰ ਰਾਜਨੀਤਿਕ ਧੜੇ ਚਲਾਕੀ ਨਾਲ ਵਰਤ ਲੈਂਦੇ ਹਨ। ਵਿਦਿਆਰਥੀਆਂ ਨੂੰ ਇਸ ਗੱਲ ਤੋਂ ਜਾਗਰੂਕ ਹੋਣਾ ਚਾਹੀਦਾ ਹੈ ਕਿ ਸਮੁੱਚਾ ਵਿਸ਼ਵ ਰਾਜਨੀਤਿਕ ਗਤੀਵਿਧੀਆਂ ਦਾ ਅਖਾੜਾ ਬਣ ਚੁੱਕਾ ਹੈ। ਹਰ ਦੇਸ਼ ਦੀ ਆਪਣੀ ਰਾਜਨੀਤਿਕ ਉਲਝਣਾਂ ਹਨ। ਨੇੜੇ ਭਵਿੱਖ ਵਿੱਚ ਵੱਡੀਆਂ ਮਹੱਤਤਾਵਾਂ ਵਾਲੇ ਮਸਲੇ ਸਾਡੇ ਸਾਹਮਣੇ ਆ ਰਹੇ ਹਨ। ਇਸ ਗੱਲ ਦੀ ਅਤੀ ਆਵਸ਼ਕ ਲੋੜ ਹੈ। ਵਿਦਿਆਰਥੀ ਆਪਣੀ ਵਿੱਦਿਆ ਦੇ ਨਾਲ ਨਾਲ ਰਾਜਨੀਤੀ ਬਾਰੇ ਡੂੰਘਾ ਅਧਿਐਨ ਕਰਨ ਅਤੇ ਰਾਜਨੀਤੀ ਨੂੰ ਵੀ ਸੇਧ ਦੇਣ। ਹਰ ਤਰ੍ਹਾਂ ਦੇ ਦੋ ਰਾਜਨੀਤਿਕ ਢਾਂਚਿਆਂ ਦੇ ਅਸੂਲਾਂ ਅਤੇ ਆਦਰਸ਼ਾਂ ਨੂੰ ਵਾਚਣ, ਆਪਣੇ ਦੇਸ਼ ਦੀਆਂ ਵਿਸ਼ੇਸ਼ ਲੋੜਾਂ ਵੇਖਣ ਅਤੇ ਉਸ ਮੁਤਾਬਕ ਆਪਣੇ ਦੇਸ਼ ਦੀ ਰਾਜਨੀਤੀ ਨੂੰ ਢਾਲਣ ਦਾ ਯਤਨ ਕਰਨ। ਵਿਦਿਆਰਥੀ ਦੇਸ਼ ਦੀ ਰਾਜਨੀਤੀ ਵਿੱਚ ਜ਼ਿੰਮੇਵਾਰੀ ਨਾਲ ਹਿੱਸਾ ਲੈ ਕੇ ਦੇਸ਼ ਦੀ ਨਿੱਘਰ ਸੇਵਾ ਕਰ ਸਕਦੇ ਹਨ। ਅੱਜ ਦੇ ਵਿਦਿਆਰਥੀ ਨੇ ਕੱਲ੍ਹ ਦੇ ਨੇਤਾ ਬਣਨਾ ਹੈ। ਇਸ ਲਈ ਵਿਦਿਆਰਥੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਵਿੱਦਿਆ ਦੀ ਪ੍ਰਮੁੱਖਤਾ ਦੇਣ ਤੋਂ ਨਾਲ ਹੀ ਰਾਜਨੀਤਿਕ ਚੇਤਨਤਾ ਨੂੰ ਵੀ ਗ੍ਰਹਿਣ ਕਰਨ। ਸਿੱਟਾ ਸਮੁੱਚੇ ਰੂਪ ਵਿੱਚ ਇਹ ਕਿਹਾ ਜਾ ਸਕਦਾ ਹੈ, ਇੱਕ ਚੰਗਾ ਲੇਖਕ ਬਣਨ ਲਈ ਸਾਨੂੰ ਜੋ ਵੀ ਗਿਆਨ ਚਾਹੀਦਾ ਹੈ ਉਹ ਸਾਨੂੰ ਇਸ ਉੱਪਰਲੇ ਪਾਠ ਨੂੰ ਪੜ੍ਹਨ ਉਪਰੰਤ ਹੀ ਪ੍ਰਾਪਤ ਹੁੰਦਾ ਹੈ। ਸਾਨੂੰ ਹਰੇਕ ਪ੍ਰਕਾਰ ਦੇ ਲੇਖਕ ਦੀ ਲਿਖਤ ਪੜ੍ਹਨੀ ਚਾਹੀਦੀ ਹੈ। ਵੱਖ-ਵੱਖ ਪ੍ਰਕਾਰ ਦੇ ਲੇਖਕਾਂ ਜਿਵੇਂ ਬਿਰਤਾਂਤਕ, ਵਿਚਾਰਾਤਮਕ, ਭਾਵਨਾਤਮਕ ਅਤੇ ਵਰਣਨਾਤਮਕ ਲੇਖਾਂ ਦਾ ਸੂਖਮ ਢੰਗ ਨਾਲ ਅਧਿਐਨ ਕਰਨਾ ਚਾਹੀਦਾ ਹੈ। ਹਰੇਕ ਲੇਖਕ ਦੀ ਬੋਲੀ ਅਤੇ ਸ਼ੈਲੀ ਦੀ ਵਿਸ਼ੇਸ਼ਤਾ ਸਾਹਿਤ ਅਧਿਐਨ ਕਰਨ ਦੀ ਲੋੜ ਹੈ ਤਾਂ ਜੋ ਇੱਕ ਚੰਗਾ ਲੇਖਕ ਬਣਿਆ ਜਾ ਸਕੇ। ਕੀਮਤੀ ਸਮਾਂ ਦੇਣ ਵਾਸਤੇ ਤੁਹਾਡਾ ਧੰਨਵਾਦ।